किछ कर्म ना जाना। नाहि न निर्मल करनी साध संगत के अंचल लाओ। बिखम नदी जाए तरनी साध संगत के अंचल लाओ। बिखम नदी जाए तरनी। सतनाम वाहिगुरु साहिब जियो। सूही महला पंजवा। हर का संत प्राण धन तिसका। पनिहारा पाई मीत सुत सगल ते। जी हूँ ते प्यारा। हर का संत प्राण धन तिसका। पनिहारा पाई मीत सुत सगल ते। जी हूँ ते प्यारा। रहा केसा का कर बीजना। संत चौर टुल्हावो। शीस निहारूं चरण तल धूर मुख लावूं। मिष्ट बचन बेनती करूं दीन की न्यायी। तज अभिमान शरणी परूं हर गुण निध पाई। अवलोकन पुनः पुनः करूं जन का दरसार। अमृत बचन मन में सिंचूं बंदों बार बार। चितवों मन आशा करूं जन का संग मांगूं। नानक को प्रभु दया कर दास चरणी लागूं। चितवों मन आशा करूं जन का संग मांगूं। नानक को प्रभु दया कर दास चरणी लागूं। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। परिपूर्ण अकाल पुरख वाहिगुरु जी आप जियां दी अपार बख्शिश है। शाम समय असी गुरबाणी दे नाल अपनी सुरत नूं सरशार करन गोचरे गुरु दरबार दी सुध प्राप्त की है। या बिकॉज कोविड-19 की सिचुएशन असीं लंघ रहे हाँ तो बीते कल तक साड़ी जो रियलिटी सी वो वर्चुअली सीगी। सो ऑल ओवर द ग्लोब टैलीविजन राहीं या सोशल मीडिया राहीं जो दर्शक साहबान गुरु संगत नूं माण रहे ने असीं उन्हां नूं भी जी आयां कहने आ। अजे हुणे शाम के समय के दीवान गुरुद्वारा साहब जो चल रहे सी कीर्तन की चौंकी रागी वीर पर रहे सी। हुण समा बनिया है गुरु शब्द विवेचना दे नाल असीं सांझ पाउणी है। इस गोचरे सूही राग दे जो लड़ीवार व्याख्यान हो रहा है उस विचों अगलेरा शब्द आपने सरवण किया है।
ਬਚਨ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ ਰਹਾਉ ਦੇ ਬੰਧ ਤੋਂ, ਜੋ ਕਿ ਇਸ ਪਾਵਨ ਸ਼ਬਦ ਦਾ ਪਹਿਲਾ ਹੀ ਪਦਾ ਹੈ। ਗੁਰੂ ਅਰਜਨ ਸਾਹਿਬ ਜ਼ਿਕਰ ਕਰ ਰਹੇ ਨੇ, ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ, ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ। ਰਹਾਉ। ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਵਰਡਸ ਯੂਜ਼ ਕੀਤੇ ਗਏ ਨੇ, ਸਪੈਸੀਫਿਕਲੀ ਜੋ ਵੋਕੈਬਲਰੀ ਹੈ, ਉਸ ਨੂੰ ਜੇ ਅਸੀਂ ਉਹਦੇ ਨਾਲ ਫੈਮਿਲੀਅਰ ਹੋ ਜਾਈਏ ਤਾਂ ਜਿਹੜਾ ਗੁਰੂ ਸਾਹਿਬ ਦਾ ਮੈਸੇਜ ਆ, ਜਿਹਨੂੰ ਅਸੀਂ ਗੁਰਮਤਿ ਕਹਿੰਦੇ ਆ, ਦ ਸਿੱਖੀ ਸਕੂਲ ਆਫ ਥਾਟ, ਵੀ ਕੈਨ ਈਜ਼ੀਲੀ ਅਟੇਨ ਇਟ। ਅਸੀਂ ਆਸਾਨੀ ਦੇ ਨਾਲ ਉਹਨੂੰ ਪ੍ਰਾਪਤ ਕਰ ਸਕਦੇ ਹਾਂ। ਪਰ ਉਹਦੇ ਨਾਲ ਦੀ ਨਾਲ ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ, ਇਹਦੇ ਵਿੱਚ ਕੂੜ ਤੇ ਸੱਚ ਦਾ ਘੋਲ ਵੀ ਚੱਲ ਰਿਹਾ। ਮਤਲਬ ਇਹ, ਜਿੱਥੇ ਸਹੀ ਹੈ ਉੱਥੇ ਗਲਤ ਵੀ ਹੈ। ਤੇ ਬੰਦੇ ਲਈ, ਇੱਕ ਆਰਡੀਨਰੀ ਪਰਸਨ ਜੋ ਹੈ, ਉਹਦੇ ਲਈ ਕਿੰਨਾ ਹਾਰਡ ਆ ਸਹੀ ਤੇ ਗਲਤ ਦਾ ਫੈਸਲਾ ਕਰ ਸਕਣਾ। ਜੇ ਮੈਨੂੰ ਅੱਜ ਦੀ ਦੁਨੀਆ 'ਚ ਐਗਜ਼ਾਮਪਲ ਕਰਾਂ, ਤੇ ਜਿਹੜੇ ਖਾਸ ਕਰਕੇ ਪਰਸਨਲ ਇਕੁਇਪਮੈਂਟਸ, ਕਿਟਸ ਵਗੈਰਾ ਆਈਆਂ ਪ੍ਰੋਟੈਕਸ਼ਨ ਵਾਸਤੇ, ਕੋਵਿਡ-19 'ਚ ਦੇਖੋ ਤੁਸੀਂ, ਬਿਲਕੁਲ ਸੇਮ ਲੱਗਦੇ ਸਾਰੇ ਉਹ ਇਕੁਇਪਮੈਂਟ ਸੀ, ਸਾਰਾ ਕੁਛ ਸੀਗਾ। ਪਰ ਜਦੋਂ ਮੈਡੀਕਲ ਪ੍ਰੋਫੈਸ਼ਨਲਜ਼ ਇਹਨਾਂ ਨੂੰ ਚੈੱਕ ਕੀਤਾ ਜਾਂ ਉਹਨੂੰ ਯੂਜ਼ ਕੀਤਾ, ਬਾਅਦ 'ਚ ਪਤਾ ਲੱਗਾ ਨੋ ਇਹ ਦਿਸ ਲੁਕਸ ਲਾਈਕ ਸੇਮ। ਉਹ ਲੱਗਦੇ ਇੱਕੋ ਜਿਹੇ ਸੀ, ਉਸੇ ਤਰ੍ਹਾਂ ਸੀਗੇ, ਬਟ ਉਹਨਾਂ ਦਾ ਜਿਹੜਾ ਉਹਨਾਂ ਦੇ ਸਦਕਾ ਜਿਹੜੀ ਪ੍ਰੋਟੈਕਸ਼ਨ ਸੀਗੀ ਉਹ ਨਹੀਂ ਹੋ ਪਾਈ, ਮੈਨੂੰ ਡੁਪਲੀਕੇਟ ਸੀਗੇ। ਸੋ ਐਗਜ਼ੈਕਟਲੀ ਇਸੇ ਤਰ੍ਹਾਂ ਹੀ ਹਰ ਚੀਜ਼ ਹਰ ਜਗ੍ਹਾ 'ਤੇ ਤੁਸੀਂ ਦੇਖ ਸਕਦੇ ਹੈਗੇ ਹੋ। ਮਨੁੱਖਾਂ ਦੇ ਵਿੱਚ ਵੀ ਤੁਹਾਨੂੰ ਕੈਟੇਗਰੀ ਮਿਲ ਜਾਏਗੀ। ਬੰਦੇ ਦਿਸਦੇ ਕੁਝ ਨੇ, ਬਾਅਦ ਵਿੱਚ ਪਤਾ ਲੱਗਦਾ ਹੈ ਕੁਝ ਹੋਰ। ਇਹਦੇ 'ਚ ਅਸੀਂ ਸਿੰਪਲ ਵਰਡ ਯੂਜ਼ ਕਰਦੇ ਹਾਂ, ਹਿਪੋਕ੍ਰੇਸੀ, ਆਡੰਬਰ। ਬੰਦੇ ਨੇ ਮਖੌਟਾ ਕੁਝ ਲਾਇਆ ਜਦੋਂ ਤੁਸੀਂ ਉਹਦੇ ਨਾਲ ਵਿਹਾਰ ਕਰਦੇ ਹੋ। ਪੰਜਾਬੀ ਦਾ ਤੇ ਈਡੀਅਮ ਹੈ ਬੜਾ ਖੂਬਸੂਰਤ, ਕਿ ਦੋ ਚੀਜ਼ਾਂ ਦੇ ਨਾਲ ਹੀ ਅਸਲੀਅਤ ਦਾ ਪਤਾ ਲੱਗਦਾ ਹੈ। ਉਹ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਕਿਸੇ ਚੀਜ਼ ਨਾਲ ਵਾਸਤਾ ਪਏ, ਫਿਰ ਤੁਹਾਨੂੰ ਪਤਾ ਲੱਗਦਾ ਹੈ ਵੀ ਹੈ ਕਿ ਨਹੀਂ ਹੈ। ਜਾਂ ਉਸ ਰਾਹ 'ਤੇ ਤੁਰ ਕੇ ਵੇਖੋ, ਦੈਨ ਯੂ ਕੈਨ ਗੈਟ ਐਕਸਪੀਰੀਅੰਸ। ਜੋ ਸਾਡੇ ਸਮਾਜ ਦੇ ਵਿੱਚ, ਮੈਂ ਸਮਾਜ ਦਾ ਮਤਲਬ ਇਕੱਲੀ ਸਿੱਖ ਸੁਸਾਇਟੀ ਦੀ ਜਾਂ ਸਿੱਖ ਨੇਸ਼ਨ ਦੀ ਗੱਲ ਨਹੀਂ ਕਰ ਲਿਆ, ਆਲ ਓਵਰ ਗਲੋਬ ਦੀ ਗੱਲ ਕਰੀਏ। ਨਾਓ ਡੇਜ਼ ਵੀ ਆਰ ਗੋਇੰਗ ਥਰੂ ਵਿਦ ਸੋ ਮੈਨੀ ਇਸ਼ੂਜ਼, ਮੋਸਟਲੀ ਆਰ ਦਾ ਯੂਨੀਵਰਸਲ ਇਸ਼ੂਜ਼। ਜਿਵੇਂ ਪੈਂਡੈਮਿਕ ਹੀ ਲੈ ਲਓ ਤੁਸੀਂ, ਚਲੋ ਇਹਦੇ ਤੋਂ ਬਾਹਰ ਵੀ ਨਿਕਲ ਆਈਏ, ਗਲੋਬਲ ਵਾਰਮਿੰਗ ਲੈ ਲਓ, ਐਨਵਾਇਰਮੈਂਟਲ ਇਸ਼ੂ ਲੈ ਲਓ, ਈਵਨ ਅੱਜ ਦਾ ਤੇ ਕ੍ਰਾਈਮ ਵੀ ਗਲੋਬਲ ਹੈ। ਸਭ ਕੁਝ ਉਸ ਲੈਵਲ 'ਤੇ ਹੈਗਾ। ਇਸ ਸਾਰੇ ਦੇ ਵਿੱਚ ਜੇ ਅਸੀਂ ਚਲੇ ਜਾਈਏ ਤੇ ਬੰਦਾ ਕਹੇਗਾ, ਭਾਈ ਸਾਹਿਬ you are talking about problems, can you tell us little bit solution side too? ਮਤਲਬ ਇਸ਼ੂਜ਼ ਤੇ ਹੈ ਹੀ ਨਾ ਕੁਛ ਜੋ ਮੁਸ਼ਕਿਲਾਂ ਤਕਲੀਫਾਂ ਹੈਗੀਆਂ ਨੇ। ਐਕਚੁਅਲੀ ਇਹਨਾਂ ਮੁਸ਼ਕਿਲਾਂ ਦੇ ਨਾਲ ਹੀ ਜਿਹੜਾ ਸੋਲਿਊਸ਼ਨ ਆ ਬਿਲਕੁਲ ਕੋਰਿਲੇਟ ਕਰਦਾ ਹੈ। ਮੈਂ ਇੱਕ ਸਿੰਪਲ ਐਗਜ਼ਾਮਪਲ ਕਰਕੇ ਫਿਰ ਬਚਨ ਤੇ ਵਾਪਸ ਆ ਜਾਂਦਾ। ਕੁਝ ਵਰੇ ਪਹਿਲਾਂ ਮੇਰੀ ਸਟੱਡੀ ਦੇ ਵਿੱਚ ਮੈਕਮਾਸਟਰ ਯੂਨੀਵਰਸਿਟੀ ਦੇ ਅੰਦਰ ਇੱਕ ਸਾਡਾ ਪ੍ਰੋਗਰਾਮ ਚੱਲਦਾ ਸੀਗਾ, ਅਤੇ ਉਹਦੇ ਅੰਦਰ ਇੱਕ ਬੜਾ ਵੈਟਰਨ ਪ੍ਰੋਫੈਸਰ ਹੈ ਸਾਈਕੋਲੋਜੀ ਸਾਈਡ ਤੋਂ, ਅਤੇ ਉਹ ਸਾਨੂੰ ਇੱਕ ਰਿਫਰੈਸ਼ਮੈਂਟ ਦਾ ਕੋਰਸ ਦੇ ਰਿਹਾ। ਅਰਾਊਂਡ ਅਸੀਂ 40 ਬੰਦੇ ਸੀਗੇ ਪ੍ਰੋਫੈਸ਼ਨਲ ਜਿਹੜੇ ਉਸ ਪ੍ਰੋਗਰਾਮ ਵਿੱਚ ਪਾਰਟੀਸਪੇਟ ਕਰ ਰਹੇ ਹਾਂ। ਉਸਨੇ ਸਵੇਰੇ ਸੈਸ਼ਨ ਸ਼ੁਰੂ ਕੀਤਾ, ਆਈਸ ਬ੍ਰੇਕਿੰਗ ਸੈਸ਼ਨ ਹੋਇਆ। ਦੈਨ ਉਹਨੇ ਸਾਨੂੰ ਇੰਗੇਜ ਕਰਨ ਵਾਸਤੇ ਨੈਕਸਟ ਸਟੈਪ ਲਿਆ। ਬੜਾ ਵੱਡਾ ਪੂਰੀ ਵਾਲ ਦੇ ਉੱਤੇ ਵਾਈਟ ਬੋਰਡ ਲੱਗਾ ਹੈ, ਅਤੇ ਅਸੀਂ ਸਾਰੇ ਇਸ ਤਰੀਕੇ ਨਾਲ ਇੱਕ ਸਰਕਲ ਦੇ ਚੇਅਰ ਲਗਾ ਕੇ ਬੈਠੇ ਹਾਂ। ਉਹ ਇੱਕ ਸਾਈਡ ਤੋਂ ਸ਼ੁਰੂ ਹੋ ਗਿਆ। ਉਹ ਕਹਿੰਦਾ ਕਿਉਂਕਿ ਅਸੀਂ ਇੱਥੇ ਕੁਝ ਹਿਊਮਨ ਲਾਈਫ ਨੂੰ ਚੰਗਾ ਕਰ ਸਕਣ ਵਾਸਤੇ, ਟੂ ਗਿਵ ਸਮ ਕਾਈਂਡ ਆਫ ਬੈਟਰਮੈਂਟ,
ਉਹਦੇ ਲਈ ਅਸੀਂ ਕੁਝ ਟ੍ਰੇਨਿੰਗ, ਕੁਝ ਐਜੂਕੇਸ਼ਨ ਕਰਨੀ ਹੈ। ਆਪਾਂ ਪਹਿਲਾਂ ਇਹ ਦੇਖੀਏ ਕਿ ਜਿਸ ਚੀਜ਼ ਨੂੰ ਅਸੀਂ ਬੈਟਰ ਕਰਨਾ ਆ ਉਹ ਵਰਸ ਕਿੱਥੇ ਕਿੱਥੇ ਹੈ। ਵਟ ਆਰ ਦਾ ਇਸ਼ੂ ਪੀਪਲਸ ਹੈਵ, ਲੈਟਸ ਟਾਕ ਇਟ। ਉਹਦੇ ਉੱਤੇ ਗੱਲ ਹੋ ਜਾਏ ਸ਼ੁਰੂ। ਪਹਿਲੇ ਨੂੰ ਕਿਹਾ ਤੂੰ ਕੀ ਕਹਿਣਾ ਹੈਗਾ, ਉਹਨੇ ਕਿਹਾ ਸਟ੍ਰੈਸ, ਦੂਸਰਾ ਕਹਿੰਦਾ ਡਿਪਰੈਸ਼ਨ, ਤੀਸਰਾ ਕਹਿੰਦਾ ਡਰੱਗਸ ਪ੍ਰੋਬਲਮ, ਚੌਥਾ ਕਹਿੰਦਾ ਡੋਮੈਸਟਿਕ ਇਸ਼ੂਜ਼, ਪੰਜਵਾਂ ਕਹਿੰਦਾ ਰਿਲੇਸ਼ਨਸ਼ਿਪ ਡੀਲਿੰਗ। ਦੇਰ ਸੋ ਮੈਨੀ ਜਿਹੜੇ ਇਸ਼ੂਜ਼ ਆਮ ਅਸੀਂ ਹੰਡਾਉਂਦੇ ਹਾਂ ਕੰਟੀਨਿਊਸਲੀ। ਜਿਹੜਾ ਹੈਗਾ ਹੁਣ ਉਹ ਮੇਰੇ ਬਾਈ ਚਾਂਸ ਜਿਹੜੇ ਗਰੁੱਪ ਵਿੱਚ ਮੈਂ ਬੈਠਾ, ਮੈਂ ਬਿਲਕੁਲ ਪ੍ਰੋਫੈਸਰ ਦੇ ਨਾਲ ਬੈਠਾ, ਪਰ ਬਿਲਕੁਲ ਐਂਡ 'ਤੇ ਜਿੱਧਰੋਂ ਉਹਨੇ ਸ਼ੁਰੂ ਕੀਤਾ। Until professor came to me, the whole actually whiteboard was almost full. ਮੇਰੇ ਕੋਲ ਆਇਆ ਤੇ ਆ ਕੇ ਕਹਿੰਦਾ, yes Mr. Singh, what do you think? ਮੈਂ ਕਿਹਾ professor, almost everything has been covered over here. I think we should not waste any time. Let's discuss on these issues. ਕਹਿੰਦਾ no, you have to say something because everyone is participating. ਮੈਂ ਥੋੜ੍ਹਾ ਧਿਆਨ ਨਾਲ ਦੇਖਿਆ ਸਾਰੇ ਜੋ ਵਰਡ ਉੱਤੇ ਲਿਖੇ ਸੀ, ਸਾਰੇ ਇਸ਼ੂਜ਼ ਬਾਰੇ, ਪਰ ਥੋੜ੍ਹਾ ਬ੍ਰੇਨ ਸਟੋਰਮਿੰਗ ਆਪਣੇ ਅੰਦਰ ਕਰਦਿਆਂ ਹੋਇਆ ਮੈਂ ਬਿਆਨ ਕੀਤਾ। ਮੈਨੂੰ ਕਿਹਾ, ਮੈਂ ਕਿਹਾ ਵੀ ਪ੍ਰੋਫੈਸਰ, ਆਈ ਥਿੰਕ if you're really insisting me to say something, then I would like to actually say one word, that is spiritual bankruptcy. How about it? ਜਿਹੜਾ ਰੂਹਾਨੀ ਤੌਰ 'ਤੇ ਦੁਨੀਆ ਦਾ ਦਿਵਾਲੀਆਪਨ ਨਿਕਲ ਗਿਆ, ਮਨੁੱਖਾਂ ਦਾ ਦਿਵਾਲੀਆਪਨ ਨਿਕਲ ਗਿਆ, ਉਹਦਾ ਕੀ ਕਰੋਗੇ? ਆਪ ਹੈਰਾਨ ਹੋਵੋਗੇ। ਉਸਨੇ ਉਹ ਸਾਰੇ ਜਿੰਨੇ ਉੱਥੇ ਪੁਆਇੰਟ ਲਿਖੇ ਸੀਗੇ ਸਾਰਿਆਂ ਦੇ ਉੱਤੇ ਇੱਕ ਵੱਡਾ ਸਾਰਾ ਇਸ ਤਰੀਕੇ ਦੇ ਨਾਲ ਸਰਕਲ ਵਾਹਿਆ, ਗੋਲ ਚੱਕਰ ਬਣਾਇਆ, ਉਹਦੇ ਸਾਹਮਣੇ ਇਕੁਅਲ ਟੂ ਬਰਾਬਰ ਦਾ ਨਿਸ਼ਾਨ ਲਗਾਇਆ ਤੇ ਲਿਖਦਾ ਸਪਿਰਿਚੁਅਲ ਬੈਂਕਰਪਸੀ। ਕਹਿੰਦਾ ਇਹ ਸਾਰਾ ਕੁਝ ਤਾਂ ਆ ਕਿਉਂਕਿ ਆ ਜੇ ਇਹ ਨਾ ਹੋਏ ਇਹ ਸਾਰਾ ਕੁਝ ਨਹੀਂ ਹੋਏਗਾ। ਤੁਸੀਂ ਇਸ ਚੀਜ਼ ਨੂੰ ਦੇਖੋ, ਬੰਦਾ ਫਿਜ਼ੀਕਲੀ ਡਾਊਨ ਹੋਏ ਉਹਨੂੰ ਅਪਲਿਫਟ ਕੀਤਾ ਜਾ ਸਕਦਾ ਹੈ, ਮੈਂਟਲੀ ਉਹਨੂੰ ਕੋਈ ਚੈਲੰਜਸ ਹੋਣ, ਕੋਈ ਸਟ੍ਰੈਸ ਹੋਏ, ਕੋਈ ਬਾਉਦਰੇਸ਼ਨ ਹੋਏ ਕਿਸੇ ਕਿਸਮ ਦੇ ਨਾਲ, ਉਹਨੂੰ ਵੀ ਹੈਂਡਲ ਕੀਤਾ ਜਾ ਸਕਦਾ, ਸਟੇਬਲ ਕੀਤਾ ਜਾ ਸਕਦਾ। ਪਰ ਜੇ ਬੰਦੇ ਦੀ ਸਪਿਰਿਟ ਹੀ ਡਾਊਨ ਚਲੀ ਜਾਏ, ਬੰਦਾ ਸਪਿਰਿਟ ਦੀ ਸਾਈਡ ਤੋਂ ਬਿਲਕੁਲ ਢੇਰੀ ਢਾਹ ਜਾਏ, ਦੈਨ ਜਿੰਨਾ ਮਰਜ਼ੀ ਫਿਜ਼ੀਕਲੀ ਸਟਰੋਂਗ ਕਰ ਲਓ ਤੁਸੀਂ ਉਹਨੂੰ, ਮੈਂਟਲੀ ਉਹਦੇ ਨਾਲ ਜਿੰਨੀ ਮਰਜ਼ੀ ਟਾਕ ਥੈਰੇਪੀ ਕਰ ਲਓ, ਜਿੰਨੇ ਮਰਜ਼ੀ ਉਹਨੂੰ ਬੂਸਟ ਕਰਨ ਵਾਸਤੇ ਤੁਸੀਂ ਸਿਨੈਰੀਓ ਸਮਝਾ ਦਿਓ, ਨੋ। ਸਪਿਰਿਚੁਅਲਿਟੀ ਇਹ ਹੈ, ਸਪਿਰਿਟ ਦੇ ਲੈਵਲ 'ਤੇ ਕਿਸੇ ਨੂੰ ਅਪਲਿਫਟਿੰਗ ਦਿਓ। ਹੁਣ ਇਹਦੇ 'ਚ ਸਮੱਸਿਆ ਇਹ ਬਣਦੀ ਹੈ ਕਿ ਜਿਹਨੂੰ ਅਸੀਂ ਸਪਿਰਿਚੁਅਲਿਟੀ ਕਹਿ ਰਹੇ ਹਾਂ, ਰੂਹਾਨੀਅਤ ਕਹਿ ਰਹੇ ਹਾਂ, ਅਧਿਆਤਮਕਤਾ ਕਹਿ ਰਹੇ ਹਾਂ, ਧਾਰਮਿਕਤਾ ਕਹਿ ਰਹੇ ਹਾਂ, ਇਸ ਸਾਰੇ ਦੇ ਨਾਲ ਅਸੀਂ ਇੰਗੇਜ ਕਿਵੇਂ ਹੋਵਾਂਗੇ? ਹਾਊ ਟੂ ਮੇਕ ਕਨੈਕਸ਼ਨ। ਕਈ ਵਾਰ ਇਹ ਵੀ ਹੁੰਦਾ ਹੈ ਬੰਦੇ ਦੇ ਸਾਹਮਣੇ ਸਭ ਕੁਝ ਪਿਆ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੂਰ ਤੇ ਹੈ ਨਹੀਂ ਸਾਡੇ ਤੋਂ। ਮੈਂ ਤੇ ਬੇਨਤੀ ਕਰਦਾ, ਅੱਜ ਕੱਲ੍ਹ ਤੇ ਸਾਡੇ ਘਰਾਂ ਥਾਵਾਂ 'ਚ ਗੁਰੂ ਗ੍ਰੰਥ ਸਾਹਿਬ ਨੇ, ਸਾਡੀਆਂ ਪੋਕਟਸ ਵਿੱਚ ਗੁਰੂ ਗ੍ਰੰਥ ਸਾਹਿਬ ਪੂਰੇ ਦਾ ਪੂਰਾ। ਸਮਾਰਟਫੋਨ ਸਾਰੇ ਲਈ ਫਿਰਦੇ ਹੋ, 2 ਲੈਟਰ ਟਾਈਪ ਕਰੋ, ਜਿਹੜੀ ਮਰਜ਼ੀ ਸਾਈਟ ਖੋਲ੍ਹ ਲਵੋ, ਜਿਹੜੀ ਮਰਜ਼ੀ ਜਿਹੜਾ ਹੈਗਾ, ਈਵਨ ਸਾਰੇ ਅਰਥ, ਟੀਕਾ, ਪਾਠ ਹੋਇਆ, ਸਭ ਕੁਝ ਮੌਜੂਦ ਆ। ਬਟ ਸਟਿਲ ਜੋ ਉਹਦੇ ਵਿੱਚ ਫੂਡ ਆ, ਥਾਲ ਵਿੱਚ 3 ਵਸਤੂ ਪਈ ਹੋ, ਜੋ ਉਹਦੇ 'ਚ ਖਾਸ ਕਰਕੇ ਐਸੈਂਸ ਪਿਆ, ਜੋ ਉਹਦੇ 'ਚ ਸਬਸਟੈਂਸ ਹੈ, ਜਿਹੜੀ ਉਹਦੇ 'ਚ ਖੂਬੀ ਹੈ, ਖਾਸੀਅਤ ਆ, ਉਹਦੇ ਤੋਂ ਮੈਂ ਅਜੇ ਵੀ ਦੂਰ ਹਾਂ। ਮੈਂ ਮੀਨ ਅਸੀਂ ਐਜ਼ ਏ ਇੰਡੀਵਿਜੂਅਲ, ਉਹ ਬ੍ਰਿਜਿੰਗ ਕਿਉਂ ਨਹੀਂ ਹੋ ਰਹੀ? ਇਹਨੂੰ ਹੋਰ ਸਿੰਪਲ ਕਰ ਦੇਣਾ ਵਾ। ਘਰ ਦੇ 'ਚ ਮਾਂ ਬੜੀ ਸਿਆਣੀ ਹੈ, ਪਿਤਾ ਬਹੁਤ ਇੰਟੈਲੀਜੈਂਟ ਹੈ, ਪਰ ਸਮਹਾਓ ਉਹ ਸਮਾਰਟਨੈਸ, ਉਹ ਇੰਟਲੈਕਚੁਅਲ ਐਬਿਲਿਟੀ ਬੱਚੇ ਦੇ ਕੋਲ ਟ੍ਰਾਂਸਫਰ ਨਹੀਂ ਹੋ ਰਹੀ। And you can see these kind of household everywhere, and people are struggling with it. Same thing, you can come here. Guru is the source of wisdom. Guru is the source of human virtues. But at the same time, we are struggling.
ਹੁਣ ਜਿਹੜੀ ਉਹ ਚੀਜ਼ ਆ ਇਸ ਨੂੰ ਬ੍ਰਿਜ ਕਰਨ ਵਾਸਤੇ ਤੇ ਫਿਰ ਮੈਂ ਸਾਰੀ ਬਾਤ ਕਰਦਿਆਂ ਇੱਕ ਹਾਈਪ ਕ੍ਰੀਏਟ ਕਰਕੇ ਲੈਵਲ 'ਤੇ ਨਹੀਂ ਲਿਆਉਣਾ ਚਾਹੁੰਦਾ, ਕਿਉਂਕਿ ਇਹਦੇ ਵਾਸਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਰਹੇ ਹਾਂ, ਆ ਸ਼ਬਦ ਆਇਆ ਸਾਡੇ ਸਾਹਮਣੇ, ਮੈਂ ਉਸ ਰੂਪ 'ਚ ਬਾਤ ਲਿਆਉਣਾ ਚਾਹ ਰਿਹਾ ਸੀਗਾ। ਕੋਈ ਇੱਕ ਸਿਲਵਰ ਬੁਲੇਟ ਇਹਦਾ ਆਨਸਰ ਨਹੀਂ ਹੈਗੀ ਕਿ ਸਮ ਕਾਈਂਡ ਆਫ ਕੋਈ ਤੁਸੀਂ ਇੱਕ ਕਹੋ ਕਿ ਆਹ ਚੀਜ਼ ਨਾਲ ਆਨਸਰ ਹੋ ਜਾਏਗਾ। ਜਿਹੜੀ ਹਿਊਮਨ ਬੀਇੰਗ ਦੀ ਇੱਕ ਆਪਣੇ ਆਪ ਦੇ ਵਿੱਚ ਬਿਹੇਵੀਅਰਲ ਇਸ਼ੂਜ਼ ਨੇ ਨਾ, ਇਹ ਬੜੇ ਕੰਪਲੈਕਸ ਨੇ, ਜਿਹਦੇ 'ਚ ਅਸੀਂ ਇੰਟਰੈਕਸ਼ਨ ਬਿਲਡ ਕਰਦੇ ਹਾਂ, ਕੁਝ ਅਸੀਂ ਕਿਸੇ ਨੂੰ ਦਿੰਦੇ ਹਾਂ, ਉਹ ਤੋਂ ਕੁਝ ਪ੍ਰਾਪਤ ਕਰਦੇ ਹਾਂ। ਦੈਟ ਇਜ਼ ਐਕਚੁਅਲੀ ਇੰਟਰੈਕਸ਼ਨ। ਇਹਦੇ ਅੰਦਰ ਤੇ ਖਾਸ ਕਰਕੇ ਜਿਹੜੀ ਚੀਜ਼ ਤੁਹਾਡੇ ਇੰਟਲੈਕਟ ਦੇ ਨਾਲ ਰਿਲੇਟ ਕਰਕੇ ਤੁਹਾਡੇ ਅੰਦਰ ਵਾਈਜ਼ ਹੋਣ ਦੀ ਜਿਹੜੀ ਵਿਜ਼ਡਮ ਉਹ ਜਨਰੇਟ ਕਰਨੇ ਤੁਹਾਨੂੰ ਮਦਦ ਕਰੇ, ਉਹ ਬੜਾ ਹਾਰਡ ਚੀਜ਼, ਉਹ ਬੜੀ ਹਾਰਡ ਚੀਜ਼ ਹੈ ਉਹਦੇ 'ਚ। ਤੇ ਇੱਥੇ ਬਹੁਤ ਸਾਰੀਆਂ ਮਲਟੀਪਲ ਥਿੰਗਸ ਕੈਨ ਹੈਲਪ ਅਸ ਓਵਰ ਹੇਅਰ, ਬਟ ਇੱਥੇ ਜਿਹੜਾ ਇੱਕ ਸ਼ਬਦ ਇੱਕ ਚੀਜ਼ ਦੇ ਸ਼ਬਦ ਨੇ ਬਾਤ ਕੀਤੀ, ਐਮਫਸਾਈਜ਼ ਕੀਤਾ, ਮੈਂ ਉਹਦੇ 'ਤੇ ਫੋਕਸ ਕਰ ਰਿਹਾ ਹਾਂ ਹੁਣ। ਉਹ ਹੈਗਾ ਜਿਹੜਾ ਸ਼ਬਦ ਇੱਥੇ ਆ ਰਿਹਾ, ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ। ਇਹਦਾ ਮਤਲਬ ਹੈ ਸਪਿਰਿਚੁਅਲ ਪਰਸੋਨਾ, ਪਰਸਨੈਲਿਟੀ ਦੀ ਸ਼ੈਡੋਇੰਗ which we are missing, you can say a lot, big time। ਜਿਹੜਾ ਅੱਜ ਸ਼ੈਡੋਇੰਗ ਦੀ ਸਮਝ ਆਉਂਦੀ ਹੈ, ਜਿਤਨਾ ਐਜੂਕੇਸ਼ਨਲ ਸਾਈਡ ਦੇ ਵਿੱਚ ਕੋਪ ਐਜੂਕੇਸ਼ਨ ਆ, ਜਿੰਨੀ ਖਾਸ ਕਰਕੇ ਰੈਜ਼ੀਡੈਂਸੀ ਦਾ ਕਾਰਜ ਆ ਮੈਡੀਕਲ ਫੀਲਡ ਦੇ ਵਿੱਚ, ਜਿਹੜੀ ਖਾਸ ਤੌਰ 'ਤੇ ਜਿਹੜੀ ਅਸੀਂ ਇੰਟਰੀਮ ਪ੍ਰੈਕਟਿਸਿਸ ਦੇਖਦੇ ਹਾਂ, ਇਹ ਸਾਰੀਆਂ ਪ੍ਰੋਫੈਸ਼ਨਲ ਸਾਈਡ ਦੇ ਬੰਦੇ ਨੂੰ ਚੰਗਾ ਬਣਾਉਣ ਵਾਸਤੇ ਨੇ। ਮਗਰ ਜਿਹੜਾ ਜੀਵਨ ਆ, ਲਾਈਫ ਇਟਸੈਲਫ ਆ, ਇਹ ਵੀ ਤੇ ਜਾਂਚ ਸਿੱਖਣੀ ਪਏਗੀ। ਤੇ ਇਸ ਜਾਂਚ ਗੋਚਰੇ ਸਾਡੇ ਕੋਲ ਜਿਹੜੀਆਂ ਰੂਹਾਨੀ ਹਸਤੀਆਂ ਨੇ, ਜਦੋਂ ਉਹ ਸਾਡੇ ਆਲੇ ਦੁਆਲੇ ਨਾ ਹੋਣਗੀਆਂ, ਡੈਫੀਨੇਟਲੀ ਇੱਕ ਵੱਡੀ ਲੈਕਿੰਗ ਹੋਏਗੀ। ਇਹ ਲੈਕਿੰਗ ਪੂਰੇ, ਮੈਂ ਕਿਹਾ ਆਲ ਓਵਰ ਦਾ ਗਲੋਬ ਤੁਸੀਂ ਦੇਖੋਗੇ, ਇੱਕ ਵੱਡੀ ਅਲਾਮਤ ਬਣ ਗਈ ਹੈ। ਅਦਰਵਾਈਜ਼ ਇਤਨੇ ਸੋਰਸ ਹੋਣ ਬੰਦੇ ਦੇ ਕੋਲ, ਗਿਆਨ ਦੇ, ਸੋਝੀ ਦੇ, ਇਤਨੇ ਸੋਰਸ ਹੋਣ ਬੰਦੇ ਦੇ ਕੋਲ, ਸਭ ਚੀਜ਼ਾਂ ਨੂੰ ਪ੍ਰਚਾਰਨ ਪ੍ਰਸਾਰਣ ਦੇ, ਮੈਂ ਇੱਥੇ ਬੋਲ ਰਿਹਾ, ਪੂਰਾ ਗਲੋਬ ਸੁਣ ਰਿਹਾ ਹੈ, ਦੁਨੀਆ ਭਰ ਤੋਂ ਕਾਲਸ ਆ ਰਹੀਆਂ ਨੇ, ਈਮੇਲਸ ਆ ਰਹੀਆਂ ਨੇ, ਸਾਰਾ ਇੱਕ ਹੀ ਹੈ। ਪਰ ਫਿਰ ਵੀ ਅਸੀਂ ਜਿਸ ਢੰਗ ਦੇ ਨਾਲ ਸਾਨੂੰ ਉਸ ਸਪਿਰਿਚੁਅਲ ਥੋਟ ਨਾਲ ਅੰਗੇਜ ਹੋਣਾ ਚਾਹੀਦਾ, ਵੀ ਆਰ ਮਿਸਿੰਗ ਇਟ। ਹੁਣ ਇੱਥੇ ਗੁਰੂ ਮਹਾਰਾਜ ਬਿਆਨ ਕਰਦੇ ਨੇ ਕਿ ਜਿਹੜੀ ਕਿਸੇ ਸਤ ਬਿਰਤੀ ਦੇ ਨਾਲ ਸਾਡੇ ਉੱਤੇ ਇੱਕ ਉਹਦਾ ਇੱਕ ਛਾਪ ਪੈ ਜਾਣੀ, ਉਹਦੀ ਬਾਤ ਹੋ ਰਹੀ ਹੈ। ਹੁਣ ਇਹਦੇ ਅੰਦਰ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਇੱਕ ਤੇ ਇਹ ਕਿ ਉਹ ਸੰਤ ਬਿਰਤੀ ਕੌਣ ਆ। ਮੈਂ ਪਹਿਲਾਂ ਬੇਨਤੀ ਕੀਤੀ, ਅਸਲ ਦੇ ਭੁਲੇਖੇ ਨਕਲੇ ਨਹੀਂ ਤੁਰੀ ਫਿਰਦੀ ਏ, ਬੰਦਾ ਵੈਸੇ ਹੀ ਦਿਲ ਖਰਾਸ਼ ਹੋ ਗਿਆ ਵੀ ਆਹ ਕੀ ਬਣੇਗਾ, ਕਿਉਂਕਿ ਉਹ ਵੇਖਦਾ ਜਦੋਂ ਇਸ ਕਿਸਮ ਦੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਵੋਕੈਬਲਰੀ ਗੁਰੂ ਗ੍ਰੰਥ ਸਾਹਿਬ ਤੋਂ ਚੂਜ਼ ਕਰ ਲਈ ਗਈ, ਨਾਂ ਦੇ ਅੱਗੇ ਵੱਡੇ ਵੱਡੇ ਲਕਬ ਲਗਾ ਲਏ, ਲਕਬੀਨ ਐਡਜੈਕਟਿਵਸ ਜਿਹੜੇ ਹੁੰਦੇ ਨੇ ਉਹ ਲਗਾ ਲਏ, ਅਤੇ ਲੋਕਾਂ ਨੇ ਈਵਨ ਆਪਣੀ ਪੂਜਾ ਅਰਚਨਾ ਤੱਕ ਸ਼ੁਰੂ ਕਰਾ ਦਿੱਤੀ। ਅਤੇ ਉਹ ਜਿਹੜਾ ਵਿਅਕਤੀਵਾਦ, ਉਹ ਸਭ ਕੁਛ ਸੀਗਾ। ਮੁੜ ਕੇ ਬਾਅਦ 'ਚ ਪਤਾ ਲੱਗਾ ਵੀ ਕੁਛ ਵੀ ਨਹੀਂ, ਸਾਰੀ ਲਿਫਾਫੇਬਾਜ਼ੀ ਹੈ, ਜਸਟ ਇੱਕ ਪ੍ਰਟੈਂਡ ਹੋ ਰਿਹਾ, ਸ਼ੋਅ ਆਫ ਬਿਜ਼ਨਸ ਚੱਲ ਰਿਹਾ ਸਾਰੇ ਦਾ ਸਾਰਾ। ਪਿਛਲੇ 20-25-30 ਸਾਲਾਂ ਦੇ ਵਿੱਚ ਤੇ ਸਪਿਰਿਚੁਅਲਿਟੀ ਇੱਕ ਬੜਾ ਵੱਡਾ ਬਾਜ਼ਾਰ ਦਾ ਪ੍ਰੋਡਕਟ ਬਣ ਗਿਆ ਹੈਗਾ। ਲੋਕਾਂ ਦੇ ਵੈਸਟਰਨ ਇੰਟਰਸਟ ਜਿਹੜੇ ਨੇ ਉਹ ਬੜੇ ਡੀਪ ਲੈਵਲ 'ਤੇ ਇਹਦੇ 'ਚ ਜਿਹੜਾ ਹੈਗਾ ਇਨਵੋਲਵ ਹੋ ਗਏ, ਅਤੇ ਉਸ ਸਭ ਦੇ ਨਾਲ ਵੱਡਾ ਖਲਾ, ਵੈਕਿਊਮ ਹੋਰ ਕ੍ਰੀਏਟ ਹੋ ਗਿਆ। ਮਗਰ ਇਹ ਸੱਚਾਈ ਹੈ ਕਿ ਬੰਦਾ ਗੁਰਮਤੀਆ ਹੋ ਸਕਦਾ ਹੈ। ਮੈਂ ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ। ਕਈ ਵਾਰ ਕੋਈ ਬੰਦਾ ਕਹਿ ਸਕਦਾ, ਅੱਛਾ ਬਾਬਾ ਜੀ ਫਿਰ ਆਪਾਂ ਪਹਿਲਾਂ ਸੰਤਾਂ ਨੂੰ ਲੱਭੀਏ, ਫਿਰ ਸੰਤਾਂ ਨਾਲ ਜੁੜੀਏ, ਅਤੇ ਫਿਰ ਸੰਤਾਂ ਦੇ ਸਾਥ ਜੁੜਨ ਨਾਲ ਸਾਡਾ ਕਲਿਆਣ ਹੋਏਗਾ। ਦੇਖੋ, ਸਿੰਪਲ ਲੈਵਲ 'ਤੇ ਬਾਤ ਲਿਆਉਣ ਲੱਗਾ ਸੀ ਐਗਜ਼ਾਮਪਲ ਦੇ ਤੌਰ 'ਤੇ। ਮੇਰੇ ਮਿੱਤਰ ਹੈਗੇ ਨੇ ਨਿਊਜ਼ੀਲੈਂਡ ਦੇ ਵਿੱਚ, ਅਤੇ ਉਹ ਫਿਜ਼ੀ ਵਿੱਚੋਂ ਨੇ ਬੇਸਿਕਲੀ। ਅਤੇ ਜਦੋਂ ਫਿਜ਼ੀ ਵਿੱਚ ਬੜੀ
ਇੱਕ ਅਨਸਰਟਨਟੀ ਵਾਪਰ ਰਹੀ ਸੀ ਪੋਲੀਟੀਕਲ ਸਾਈਡ ਤੋਂ, ਅਤੇ ਹਾਈਲੀ ਐਜੂਕੇਟਡ ਫੈਮਿਲੀ ਹੈ, ਸਰਮਾਏਦਾਰ ਵੀ ਹੈ, ਵੈਲ ਆਫ ਆ। ਅਤੇ ਉਹਨਾਂ ਸੋਚਿਆ ਕਾਹਦੇ ਲਈ ਇੱਥੇ ਲਾ ਐਂਡ ਆਰਡਰ ਦੀ ਪ੍ਰੋਬਲਮ ਆਏਗੀ, ਅਸੀਂ ਰਹਿਣਾ ਹੈਗਾ, ਲੈਟਸ ਲੀਵ ਇਟ। ਉਹ ਛੱਡ ਗਏ। ਹੁਣ ਛੱਡਣ ਤੋਂ ਬਾਅਦ ਉਹਨਾਂ ਕੋਲ ਚੋਇਸ ਬੜੀ ਸੀਗੀ, ਉਹ ਚਾਹੁੰਦੇ ਯੂਰਪ ਚਲੇ ਜਾਂਦੇ, ਇੰਗਲੈਂਡ, ਜਰਮਨੀ, ਕਿਸੇ ਮੁਲਕ ਦੇ ਵਿੱਚ ਕਾਰੋਬਾਰ ਕਰ ਲੈਂਦੇ, ਕੈਨੇਡਾ, ਅਮਰੀਕਾ ਆ ਜਾਂਦੇ। ਪਰ ਬਿਲਕੁਲ ਉਹਨਾਂ ਦੇ ਫਿਜ਼ੀ ਦੇ ਨਾਲ ਹੀ ਦੋ ਮੁਲਕ ਐਸੇ ਨੇ ਜਿਹੜੇ ਡਿਵੈਲਪ ਨੇਸ਼ਨਸ ਨੇ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ। ਉਹ ਕਹਿੰਦੇ ਮੋਸਟਲੀ ਸਾਡਾ ਪਲਾਨ ਇਹ ਸੀਗਾ ਕਿ ਵਿਲ ਗੋ ਸਟੇਟਸ, ਕਿਉਂਕਿ ਇੱਥੇ ਵੱਡਾ ਇੱਕ ਸਮੁੰਦਰ ਹੈ, ਕਾਰੋਬਾਰ ਫੈਲਾਵਾਂਗੇ ਇੱਥੇ ਸਭ। ਖੈਰ ਅਸੀਂ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਰਹੇ ਹਾਂ, ਸਾਰਾ ਪੇਪਰ ਵਰਕ ਹੋ ਰਿਹਾ, ਸਭ ਚੀਜ਼ਾਂ ਤਰੀਕੇ ਦੇ ਨਾਲ। ਉਸੇ ਸਮੇਂ ਦੇ ਵਿੱਚ ਬਾਈ ਚਾਂਸ ਕਿਤੇ ਨਿਊਜ਼ੀਲੈਂਡ ਜਾਣ ਦਾ ਮੌਕਾ ਬਣ ਗਿਆ। ਕਹਿੰਦਾ ਜਦੋਂ ਸਭ ਚੀਜ਼ਾਂ ਫਾਈਨਲਾਈਜ਼ ਕਰ ਰਹੇ ਹਾਂ, ਜਾ ਕੇ ਦੇਖਿਆ ਬੜਾ ਕੁਆਇਟ ਜਿਹਾ ਇੱਕ ਆਈਲੈਂਡ ਆ, ਬਹੁਤ ਜ਼ਿਆਦਾ ਪਾਪੂਲੇਸ਼ਨ ਨਹੀਂ ਹੈ, ਸਾਡੀ ਕਮਿਊਨਿਟੀ ਵੀ ਬੜੀ ਛੋਟੀ ਜਿਹੀ ਹੈ। ਅਤੇ ਬੜਾ ਵੇਖ ਕੇ ਬੜਾ ਲੱਗਾ ਵੀ ਦਿਸ ਇਜ਼ ਦਾ ਪਲੇਸ ਟੂ ਲਿਵ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇੱਥੇ ਰਹਿੰਦੇ ਹਾਂ। ਉਹਨਾਂ ਦਿਨਾਂ 'ਚ ਇੱਕੋ ਗੁਰਦੁਆਰਾ ਹੁੰਦਾ ਸੀ ਓਟਾਹੂ ਆਕਲੈਂਡ ਦੇ ਵਿੱਚ, ਉਹ ਕਹਿੰਦੇ ਸ਼ਹਿਰ ਵੀ ਬਹੁਤਾ ਵੱਡਾ ਨਹੀਂ ਸੀਗਾ। ਅਤੇ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਿਹੜੀ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਰਾਈਟ ਮੈਂ ਮਿਲ ਗਈ, ਅਸੀਂ ਇੱਥੇ ਸ਼ਿਫਟ ਕਰ ਗਏ। ਸ਼ਿਫਟ ਕਰਨ ਤੋਂ ਬਾਅਦ ਕੋਈ 2 ਦਿਨ ਹੋਏ, 2 ਦਿਨ ਬਾਅਦ ਅਸੀਂ ਗੁਰਦੁਆਰਾ ਸਾਹਿਬ ਗਏ। ਜਦੋਂ ਗੁਰਦੁਆਰਾ ਸਾਹਿਬ ਗਏ ਸ਼ਾਮ ਨੂੰ, ਤਾਂ ਵੀਰ ਜੀ ਦੱਸਦੇ ਮੇਰੇ ਬੱਚੇ ਨੇ, ਛੋਟੇ ਛੋਟੇ ਨੇ, ਮਤਲਬ ਜਿੰਨੇ ਕਹਿ ਲਓ ਕਿ ਕੋਈ ਇੱਕ 10 ਸਾਲ ਦਾ ਹੈ, ਇੱਕ 12-13 ਸਾਲ ਦਾ, ਇਸ ਤਰੀਕੇ ਨਾਲ। ਅਤੇ ਲੰਗਰ ਹਾਲ ਦੇ ਵਿੱਚ, ਥੱਲੇ ਲੰਗਰ ਹਾਲ ਹੈ, 2 ਸਟੋਰੀ ਬਿਲਡਿੰਗ ਸੀਗੀ, ਉੱਤੇ ਦੀਵਾਨ ਹਾਲ ਚੱਲਦਾ ਹੈ। ਅਸੀਂ ਮੱਥਾ ਟੇਕ ਕੇ ਲੰਗਰ ਹਾਲ 'ਚ ਆ ਗਏ ਹਾਂ, ਅਤੇ ਉੱਥੇ ਦੇਖ ਰਹੇ ਹਾਂ ਬੱਚੇ ਕੁਝ ਸੇਵਾ ਕਰ ਰਹੇ ਨੇ, ਕੁਝ ਸੰਗਤਾਂ ਲੰਗਰ ਛਕ ਰਹੀਆਂ ਨੇ। ਅਤੇ ਮੇਰੇ ਮਨ ਵਿੱਚ ਆਇਆ ਕਿ ਬੱਚਿਆਂ ਨੂੰ ਲਿਆਂਦਾ ਤਾਂ ਇੱਥੇ ਇਸ ਕਰਕੇ ਹੈ ਕਿ ਇਸ ਕਮਿਊਨਿਟੀ ਨਾਲ ਅੰਗੇਜ ਹੋਣਗੇ, ਇਹਦੇ ਵਿੱਚ ਇਹਨਾਂ ਦੀ ਸਾਂਝ ਬਣੇਗੀ। ਅਤੇ ਇਹ ਬੜੇ ਸ਼ਾਈ ਹੋ ਕੇ ਮੇਰੇ ਕੋਲ, ਮੇਰੇ ਨਾਲ ਹੀ ਬੈਠੇ ਨੇ। ਦੇ ਆਰ ਨੋਟ ਈਵਨ ਐਕਚੁਅਲੀ ਗੋਇੰਗ ਟੂ ਗੈਟ ਐਨੀਥਿੰਗ ਫਰੋਮ ਲੰਗਰ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਸੇਵਾ ਕਿਉਂ ਨਹੀਂ ਕਰਦੇ? ਉਹ ਬੱਚਿਆਂ ਦਾ ਜਵਾਬ ਮੈਨੂੰ ਇਹ ਮਿਲਿਆ, ਕਹਿੰਦੇ ਕਿ ਡੈਡ ਵੀ ਡੋਂਟ ਨੋ ਐਨੀ ਵਨ, ਵੀ ਫੀਲ ਐਮਬੈਰਸਮੈਂਟ, ਸੋ ਡੋਂਟ ਸੇ ਟੂ ਅਸ, ਡੋਂਟ ਪੁਸ਼ ਅਸ। ਉਹਨੇ ਕਿਹਾ ਠੀਕ ਹੈ। ਮੈਂ ਦੇਖਿਆ ਦੋਨੋਂ ਬੈਠੇ ਰਹੇ। ਮੈਂ ਉੱਠਿਆ, ਉੱਠ ਕੇ ਬਾਲਟੀ ਫੜੀ, ਲੰਗਰ 'ਚ ਵਰਤਾਉਣ ਲੱਗ ਗਿਆ। 10-15 ਮਿੰਟ ਬਾਅਦ ਮੈਂ 1-2 ਗੇੜੇ ਲਗਾ ਕੇ ਵਾਪਸ ਆਇਆ, ਅਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਵੀ ਉਹਨਾਂ ਦੋਨਾਂ ਦਾ ਨਾਂ ਲੈ ਕੇ, ਡੂ ਯੂ ਗਾਇਜ਼ ਨੋ ਮੀ, ਮੈਨੂੰ ਜਾਣਦੇ ਹੋ ਤੁਸੀਂ? ਅਤੇ ਉਹ ਕਹਿੰਦੇ ਡੈਡ ਵਾਟ ਆਰ ਯੂ ਟਾਕਿੰਗ ਅਬਾਊਟ, ਵੀ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ? ਉਹ ਕਹਿੰਦੇ ਨਹੀਂ ਮੈਂ ਸਿੰਪਲ, ਕੋਈ ਮੈਨੂੰ ਜਾਣਦੇ ਹੋ ਬੱਚੇ? ਕਹਿੰਦੇ ਹਾਂ। ਕਿ ਤੁਸੀਂ ਕਹਿੰਦੇ ਸੀ ਕਿਸੇ ਨੂੰ ਜਾਣਦੇ ਨਹੀਂ, ਉਹਦੇ ਨਾਲ ਸੇਵਾ ਨਹੀਂ ਕਰ ਸਕਦੇ, ਮੇਰੇ ਨਾਲ ਕਰੋ, ਆਓ ਮੈਂ ਕਰਦਾ ਅੱਗੇ। ਹੁਣ ਇਸ ਤਰੀਕੇ ਨਾਲ ਦੇਖਣਾ, ਜਿਵੇਂ ਐਗਜ਼ਾਮਪਲ ਕਰ ਰਿਹਾ ਵਾਂ। ਬਾਹਰ ਸੰਤ ਲੱਭਣ ਜਾਵਾਂਗੇ, ਸ਼ਾਇਦ ਨਾ ਲੱਭੇ। ਕਿਉਂ ਨਾ ਇੱਕ ਕੰਮ ਕਰੀਏ, ਆਪ ਬਣੀਏ, ਆਪਣੇ ਘਰ ਵਿੱਚ ਸੰਤ ਬਿਰਤੀ ਲੱਭੀਏ, ਆਪਣੇ ਆਲੇ ਦੁਆਲੇ ਲੱਭੀਏ। ਇਹ ਹੈ ਸ਼ੈਡੋਇੰਗ ਕਰੋ। ਕਿਸ ਚੀਜ਼ ਦੀ ਕਰਨੀ ਹੈ? ਹੁਣ ਬਹੁਤ ਸਾਰੀਆਂ ਚੀਜ਼ਾਂ ਨੇ। ਅੱਜ ਇਸ ਸੁਸਾਇਟੀ ਦੇ ਵਿੱਚ ਬਲੈਕ ਲਾਈਵਸ ਮੈਟਰਸ, ਤੁਸੀਂ ਦੇਖਦੇ ਹੋ ਕਿੰਨੇ ਵੱਡੇ ਲੈਵਲ 'ਤੇ ਇੱਕ ਮੂਵਮੈਂਟ ਚੱਲ ਰਹੀ ਹੈ। ਸਾਡੇ ਇੱਥੇ ਖਾਸ ਕਰਕੇ ਐਬਰੀਜਨਲ ਕਮਿਊਨਿਟੀ ਦੇ ਅੱਜ ਵੀ ਗੋਲੀ ਚੱਲ ਗਈ। ਉੱਥੇ ਐਟਲਾਂਟਾ ਦੇ ਵਿੱਚ ਇੱਕ ਹੋਰ ਬਲੈਕ ਕਮਿਊਨਿਟੀ ਦੇ ਬੰਦੇ 'ਤੇ ਗੋਲੀ ਚੱਲੀ ਹੈ, ਉਹ ਤਾਂ ਕਤਲ ਹੋ ਗਿਆ ਪੁਲਿਸ ਦੇ ਹੱਥੋਂ। ਮਸਾਇਲ ਤੇ ਵੱਧ ਰਹੇ ਨੇ। ਇਹਦੇ ਵੱਧਦੇ ਹੋਏ ਮਸਾਇਲ ਦੇ ਵਿੱਚ ਜੇ ਆਪਾਂ ਇਹ ਦੇਖੀਏ ਕਿ ਪੂਰੀ ਦੁਨੀਆ ਦਾ ਹਾਲ ਦੇਖੋ, ਅਨਾਰਕੀ ਕਿਹੋ ਜਿਹੀ ਫੈਲ ਰਹੀ ਹੈ। ਮਤਲਬ ਇਹ ਕਿ ਉਥਲ ਪੁਥਲ ਹੋ ਰਹੀ ਹੈ। ਮਿਡਲ ਈਸਟ ਦੇਖੋ, ਕਿਸੇ ਟਾਈਮ ਦੇ ਵਿੱਚ ਲੋਕੀ ਜਿਹੜਾ ਹੈਗਾ ਆ ਸੀਰੀਆ ਦੇ ਵਿੱਚ, ਇਰਾਕ ਦੇ ਵਿੱਚ, ਈਰਾਨ ਦੇ ਵਿੱਚ, ਇਜਿਪਟ ਦੇ ਵਿੱਚ, ਈਵਨ ਹੋਰ ਉੱਥੇ ਜਿਹੜਾ ਹੈਗਾ ਉਹਦੇ ਆਲੇ ਦੁਆਲੇ ਦੇ ਮੁਲਕ ਵਗੈਰਾ ਜਿਹੜੇ ਹੈਗੇ ਨੇ, ਉੱਥੇ ਕੰਮ ਕਰਨ ਲਈ ਜਾਂਦੇ ਸੀ। ਪੀਪਲ ਗੋ ਦੇਅਰ ਫॉर ਵਰਕ, ਫॉर ਦੇਅਰ ਐਕਚੁਅਲੀ ਉਹਨਾਂ ਦੀ ਆਪਣੀ ਜ਼ਿੰਦਗੀ ਦੀ ਅਰਨਿੰਗ ਵਾਸਤੇ। ਅੱਜ ਹਾਲਤ ਦੇਖੋ ਤੁਸੀਂ। ਇਨ ਬਿਨ ਤੁਸੀਂ ਸਾਊਥ ਏਸ਼ੀਆ ਦਾ ਹਾਲ ਦੇਖ ਲਓ, ਈਵਨ ਤੁਸੀਂ ਹਾਂਗਕਾਂਗ ਦੀ ਸਿਚੁਏਸ਼ਨ ਦੇਖੋ। ਮਤਲਬ ਇੱਕ ਟਾਈਮ 'ਤੇ ਕਿਆ ਦੁਨੀਆ ਦੀ ਬੈਸਟ ਮੰਡੀ ਮੰਨੀ ਜਾਂਦੀ ਸੀ। ਮੈਂ ਖੁਦ ਬੜਾ ਵਿਜ਼ਿਟ ਕੀਤਾ ਉਸ ਪਲੇਸ ਨੂੰ। ਅੱਜ ਹਾਲਾਤ ਦੇਖੋ ਤੁਸੀਂ। ਹੁਣ ਇਹ ਜਿਹੜੇ ਮੁਲਕ ਨੇ, ਇੱਥੇ ਵੀ ਅਨਸਰਟਨਟੀ ਫੈਲ ਰਹੀ ਹੈ। ਅਤੇ ਇਹਦੇ ਨਾਲ ਹੁੰਦਾ ਕੀ ਹੈ?
ਜਿਹੜੀ ਮੈਂਟਲ ਹੈਲਥ ਹੈ ਨਾ, ਸਾਡੀ ਜਿਹੜੀ ਮਾਨਸਿਕ ਦਸ਼ਾ ਆ, ਇਸ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਭਾਵ ਛੱਡਦੀਆਂ ਨੇ। ਜੇ ਤੁਸੀਂ ਵੱਡੇ ਲੈਵਲ 'ਤੇ ਦੇਖੋਗੇ ਨਾ, ਜਦੋਂ ਜਿਹੜੇ ਲੋਕ ਸੁਸਾਇਟੀ 'ਚ ਰਹਿੰਦੇ ਨੇ, ਪੜ੍ਹਦੇ ਨੇ, ਆਲੇ ਦੁਆਲੇ ਕੰਮਕਾਰ ਕਰਦੇ ਨੇ, ਦੇ ਗੈਟ ਇੰਪੈਕਟਡ ਵੈਰੀ ਬੈਡਲੀ ਵਿਦ ਦੀਸ ਥਿੰਗਸ। ਹੁਣ ਇਹ ਸਾਰੇ ਦੇ ਅੰਦਰ ਕੀਤਾ ਕੀ ਜਾ ਸਕਦਾ ਹੈਗਾ? ਭਾਈ ਸਾਰੇ 'ਚ ਕੀਤਾ ਇਹ ਜਾ ਸਕਦਾ ਹੈਗਾ। ਸੁਸਾਇਟੀ ਦੇ 'ਚ ਮੁਸ਼ਕਿਲਾਂ ਨੇ, ਤਕਲੀਫਾਂ ਨੇ, ਪੀੜਾ ਆ, ਵੇਦਨ ਆ, ਸਭ ਕੁਛ ਆ, ਪਰ ਨਫ਼ਰਤ ਦਾ ਜਵਾਬ ਨਫ਼ਰਤ ਨਹੀਂ ਹੈ। ਹੋ ਸਕਦਾ ਰੇਸ਼ਿਜ਼ਮ ਹੋਏ, ਸਿਸਟੈਮਿਕ ਰੇਸ਼ਿਜ਼ਮ ਹੋਏ, ਸਿਸਟੈਮਿਕ discrimination ਹੋਏ, and you might be victim of that hate crime or that systemic racism, but still ਤੁਸੀਂ ਇਹਨਾਂ ਸਮਾਜਾਂ ਦੇ ਵਿੱਚ ਰਹਿਣਾ ਹੈ, ਇੱਥੇ ਵਿਚਰਨਾ ਹੈ। ਕਿਵੇਂ ਵਿਚਰੋਗੇ? ਬੁਰਿਆਈ ਨੂੰ ਤੁਸੀਂ ਅਵੋਇਡ ਕਰੋਗੇ, ਚੰਗਿਆਈ ਨੂੰ ਪਿਕ ਕਰੋਗੇ। ਸੰਤ ਬਿਰਤੀ ਇਹ ਹੈ। ਦੁਨੀਆ ਇੱਕਦਮ ਰਾਤੋਂ ਰਾਤ ਸਾਰੀ ਚੰਗੀ ਨਹੀਂ ਹੋ ਜਾਏਗੀ, ਤੁਸੀਂ ਆਪ ਵੀ ਚੰਗੇ ਨਹੀਂ ਹੋ ਜਾਓਗੇ, ਤੁਹਾਡਾ ਪਰਿਵਾਰ ਵੀ ਨਹੀਂ ਹੋ ਜਾਏਗਾ। ਸੰਤ ਬਿਰਤੀ, ਜਿਹਨੂੰ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਕਿ ਬੰਦਾ ਭੌਰਾ ਬਣੇ, ਜਿਹਨੂੰ ਅਸੀਂ ਹਨੀ ਬੀ ਕਹਿੰਦੇ ਹਾਂ, ਬੰਬਲ ਬੀ ਕਹਿੰਦੇ ਹਾਂ, ਉਹਦਾ ਗੁਣ ਧਾਰਨ ਕਰ, ਨੈਕਟਰ ਇਕੱਠਾ ਕਰ, ਗੁਣ ਇਕੱਠੇ ਕਰ। ਈਵਨ ਆਪਣੇ ਆਪ ਦੇ ਵਿੱਚ ਵੀ ਸਵੇਰ ਤੋਂ ਸ਼ਾਮ ਤੱਕ, ਜਦੋਂ ਸ਼ਾਮ ਨੂੰ ਆਪਣੇ ਆਪ ਨਾਲ ਗੱਲ ਕਰਦਾ ਹੈ, ਧਿਆਨ ਮਾਰ, ਓਕੇ ਅੱਜ ਚੰਗਾ ਕਿਹੜਾ ਕੰਮ ਹੋਇਆ? ਫਲਾਂ ਹੋਇਆ, ਫਲਾਂ ਹੋਇਆ, ਫਲਾਂ ਹੋਇਆ। ਲੈਟਸ ਫੋਕਸ ਟੂਵਰਡ ਦੈਟ ਸਾਈਡ ਐਂਡ ਸੇ ਥੈਂਕ ਯੂ ਟੂ ਵਾਹਿਗੁਰੂ ਜੀ। ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਇਸ ਕਾਬਲ ਬਣਾਇਆ ਮੈਨੂੰ। ਆਉਂਦੇ ਕੱਲ ਇੱਕ ਚੰਗਿਆਈ ਹੋਰ ਜੋੜਾਂਗੇ ਨਾਲ, ਸੰਤ ਬਿਰਤੀ। ਇਹ ਹੈ ਇੱਕ ਐਸੇ ਥਾਟਸ ਦੀ ਸ਼ੈਡੋਇੰਗ ਤੁਸੀਂ ਕਰ ਰਹੇ ਹੋ, ਜਿਹਦੇ ਨਾਲ ਤੁਹਾਡੀ ਸਪਿਰਿਟ ਆਪਣੇ ਆਪ ਅਪਲਿਫਟ ਹੋਏਗੀ। ਹੈ ਕਿ ਨਹੀਂ? ਪ੍ਰੈਕਟੀਕਲ ਬਿਲਕੁਲ ਗੁਰਮਤ ਦਾ ਸਕੂਲ ਜਿਹੜਾ ਸਾਨੂੰ ਸਮਝਾ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਤੂੰ ਇਹ ਰਾਹ ਫੜੇਗਾ ਨਾ, ਮੈਂ ਤੈਨੂੰ ਗਰੰਟੀ ਕਰਦਾ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ। ਪੌੜੀ ਹੁੰਦੀ ਆ ਜਿਹੜੀ ਹੈ ਲਿਫਟ ਕਰ, ਸਾਨੂੰ ਉੱਚਾ ਚੁੱਕਦੀ ਹੈ। ਕੋ ਵੱਡ ਭਾਗੀ ਪਾਏ, ਵੱਡੇ ਭਾਗਾਂ ਵਾਲੇ ਵਿਰਲੇ ਪਾਉਂਦੇ ਨੇ, ਤੂੰ ਉਹਨਾਂ 'ਚ ਨਾਂ ਲਿਖਾ ਸਕਣਾ ਆਪਣਾ। ਇੱਥੇ ਮਹਾਰਾਜ ਨੇ ਬਿਆਨ ਕੀਤਾ ਹੈ, ਸਾਹਿਬ ਕਹਿੰਦੇ ਹਰ ਕਾ ਸੰਤ, ਜਿਹੜਾ ਹਰੀ ਦਾ ਸੰਤ ਹੋ ਜਾਏ, ਜੇ ਕਿਤੇ ਮੈਨੂੰ ਉਹਦੇ ਨਾਲ ਸਾਂਝ ਬਣਾਉਣ ਦੀ ਮੌਕਾ ਮਿਲੇ, ਵਕਤ ਮਿਲੇ, ਪ੍ਰਾਣ ਧਨ ਤਿਸਕਾ ਪਨਿਹਾਰਾ, ਮੈਂ ਆਪਣੇ ਪ੍ਰਾਣ ਵੀ ਦੇ ਦਿਆਂ, ਧਨ ਵੀ ਦੇ ਦਿਆਂ, ਪਨਿਹਾਰਾ ਉਹਦਾ ਨੌਕਰ ਬਣ ਜਾ, ਪਾਣੀ ਢੋਣ ਵਾਲਾ ਬਣ ਜਾਵਾਂ। ਮੈਨੂੰ ਤੇ ਪਹਿਚਾਨ ਨਹੀਂ ਸੰਤ ਕੌਣ ਆ, ਮੈਨੂੰ ਤੇ ਬੜੇ ਲੋਕ ਠੱਗ ਲੱਗਦੇ ਨੇ ਸਭ, ਪਰ ਇਹ ਜੇ ਮੈਂ ਸ਼ੁਭ ਤੇ ਚੰਗਿਆਈ ਤੇ ਅੱਛਾਈ ਤੇ, ਅਮਰੀਕਨ ਜਿਹੜਾ ਸਕੂਲ ਬਣਾਇਆ ਲਾਅ ਆਫ ਅਟਰੈਕਸ਼ਨ, ਇਹਨਾਂ ਨੇ ਐਕਚੁਅਲੀ ਬਿਲਕੁਲ ਉਹਦੇ ਕਲੋਜ਼ ਆ। ਜਿਹੋ ਜੀ ਤੁਹਾਡਾ ਸਿਮਰਨ, ਤੁਹਾਡੀਆਂ ਚੋਇਸਿਸ, ਤੁਹਾਡੀ ਜਿਹੜੀ ਇੰਟੈਂਸ਼ਨ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹੋ ਜਿਹੀਆਂ ਚੀਜ਼ਾਂ ਇਵੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਣੇ ਆਪ। ਇਹੀ ਸਿਮਰਨ ਦੀ ਅਸਲ ਦੇ ਸਭ ਤੋਂ ਵੱਡੀ ਸ਼ਕਤੀ ਹੈ। ਜਿਵੇਂ ਜਿਵੇਂ ਬੰਦਾ ਸ਼ੁਭ ਅੱਛਾਈ ਚੰਗਿਆਈ ਲੱਭਦਾ ਹੈ, ਉਹਦਾ ਗਾਹਕ ਬਣਦਾ ਹੈ, ਉਹਦੇ ਪ੍ਰਤੀ ਇੱਕ ਅੰਦਰ ਇੱਛਾ ਪ੍ਰਗਟ ਕਰਨੀ ਸ਼ੁਰੂ ਕਰ ਦਿੰਦਾ ਹੈ, ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ, ਆਪਣੇ ਅੰਦਰੋਂ ਵੀ, ਦੂਜਿਆਂ ਵਿੱਚੋਂ ਵੀ, ਆਲੇ ਦੁਆਲੇ ਵੀ। ਫਿਰ ਉਹੋ ਜਿਹੇ ਸਰਕਮਸਟੈਂਸਸ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਐਕਚੁਅਲ ਲੈਵਲ 'ਤੇ ਸਿੱਖੀ ਦਾ ਅਸਲ ਪਾਥ ਆ, ਜਿਹਨੂੰ ਕਿਹਾ ਜਾਏ ਕਿ ਇੱਕ ਵੇ ਹੈ। ਗੁਰੂ ਅਰਜਨ ਸਾਹਿਬ ਬਾਤ ਕਰਦੇ, ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ, ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ। ਬੰਦੇ ਨੂੰ ਭਰਾ ਬੜਾ ਚੰਗਾ ਲੱਗਦਾ, ਜਿਹੜੇ ਸਾਡੇ ਸਿਬਲਿੰਗਸ ਹੁੰਦੇ ਨੇ, ਬੰਦੇ ਨੂੰ ਸੁੱਤ ਔਲਾਦ ਬੜੀ ਚੰਗੀ ਲੱਗਦੀ ਹੈ, ਸਾਡੇ ਆਫਸਪ੍ਰਿੰਗਸ ਜਿਹੜੇ ਹੁੰਦੇ ਨੇ। ਤੇ ਫਿਰ ਇਕੱਲੇ ਇਹੀ ਨਹੀਂ, ਸਾਨੂੰ ਹੋਰ ਆਪਣੇ ਸੱਜਣ ਮਿੱਤਰ ਵੀ ਪਿਆਰੇ ਲੱਗਦੇ ਨੇ। ਪਰ ਜਦੋਂ ਕੋਈ ਸ਼ੁਭ ਗੁਣਾਂ ਦੀ ਬਾਤ ਵਾਲੇ ਪਾਸੇ ਆ ਜਾਏ, ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੰਦਾ ਸ਼ੁਭ ਨੂੰ, ਜਿਹੜੇ ਹਿਊਮਨ ਵਰਚੂਜ਼ ਨੇ, ਕੁਆਲਿਟੀਫੁਲ ਜਿਹੜੀ ਚੀਜ਼ ਆ, ਉਹਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੰਦਾ ਹੈ। ਜਦੋਂ ਇਸ ਤਰੀਕੇ ਦੀ ਸੋਚ ਆਉਣੀ ਸ਼ੁਰੂ ਹੋ ਜਾਏ ਨਾ, ਜੈਸੇ ਜਿਹੜਾ ਮੋਹ ਮਾਇਆ ਆ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਨੇ ਤੰਗ ਕਰਦੀਆਂ ਨੇ, ਪਰ ਜਿਹੜੇ ਬੰਦੇ ਨੇ ਆਪਣੀ ਲਾਈਫ ਸਟਾਈਲ ਨੂੰ ਬੜੇ ਪ੍ਰਿੰਸੀਪਲ ਬੇਸ 'ਤੇ ਲੈ ਆਂਦਾ, ਗੁਣਾਂ ਵਾਲੇ ਪੱਖ ਤੋਂ ਗੁਣਾਤਮਕ ਪੱਖ 'ਤੇ ਲੈ ਆਂਦਾ, ਫਿਰ ਪਤਾ ਲੱਗ ਜਾਏਗਾ ਆਲੇ ਦੁਆਲੇ ਨੂੰ ਵੀ ਇਹ ਬੰਦਾ ਗੁਣਾਂ ਦਾ ਗਾਹਕ ਹੈ। ਬੱਚੇ ਨੂੰ ਵੀ ਪਤਾ ਲੱਗ ਜਾਂਦਾ ਹੈ, ਭੈਣ ਭਰਾਵਾਂ ਨੂੰ ਵੀ ਪਤਾ ਲੱਗ ਜਾਂਦਾ ਹੈ, ਮਿੱਤਰਾਂ ਸੱਜਣਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਇਹ ਗੁਣ ਦੀ ਕਦਰ ਕਰਦਾ ਹੈ, ਇਹ ਕਿਰਦਾਰ ਦਾ
बड़ा साफ आ, ये विहार करके बड़ा साफ गो आ, फिर वो भी उस तरीके नाल बिहेव करना शुरू कर देंगे। इस दे नाल बंदे दा सचियार बनना, जिहड़ा अल्टीमेट ट्रुथ आ अकाल पुरख वाहिगुरू, उहदे तक पहुँचना आसान हो जाता है। यही रियल गोल है लाइफ का। यदी बात गुरु अर्जन साहब ने की ये रहाओ दे पदे दे विच। अगला बचन है, केसा का कर बीजना संत चोर टुलावो। चौर टुलावो, देखो जे ते चीज़ां नूं असीं टोटल रैशनलाइज करके देखना शुरू कर देंगे तो फिर तो कुछ भी नहीं बचेगा। एंड ऑफ द डे नथिंग इज गोना एक्चुअली अपील अस। जिवें इस मुल्क च रहने असीं, बहुत सारिया चंगियां चीज़ां ने, फ्री कंट्री है सारा कुछ। कभी किसी क्लासरूम में जाके बच्चों की तो टीचर की इंटरैक्शन देखा जाए, बच्चा टीचर नूं ना लैके बुलाता है। सपोज करो कोई टीचर आ, उहदा लास्ट नेम ढिल्लों आ, ओ यस मिस्टर ढिल्लों या मिस ढिल्लों, मिस ढिल्लों। देयर इज नो एनी काइंड ऑफ, वो कहते इट्स ओके, ठीक है, बड़े साफ गो हो जो। वो ठीक है, एक लैवल ते साफ गो हो गए। सैकेंड लैवल की आ गया, टीचर की बहुती केयर नहीं हैगी। मैं नहीं कहता डर होए, पर एक रिस्पैक्ट। हुण टीचर की डिसरिस्पैक्ट हो रही है, हू केयर। पर गल यह है, टीचर इज द सोर्स ऑफ नॉलेज, नॉलेज की डिसरिस्पैक्ट हो रही है। नॉलेज इज द सोर्स ऑफ सक्सेस, प्रोग्रेस ऑफ लाइफ। जिहड़ी वो चीज़ आ वो सारे दी ओहदी डिसरिस्पैक्ट हो रही है। इंडीड हुण जिवें जिवें तुसीं इसे करके तुसीं देखोगे इस सोसाइटी च इन्ना सारा कुछ अवेलेबल आ, तुसीं किते जाओ, अज दुनिया सारी, आप कोविड-19 ने तो दस दिता ना भी वर्चुअल रियलिटी इज टूडेज रियलिटी। जूम वर्गी चीज़ जिहदे बारे लोगों ना तक नहीं सुनिया होना। तो मैनू याद है कि मैं वैरी नैक्सट डे जो अनाउंसमेंट वगैरह हो रही सी लॉकडाउन वगैरह की सारे, तो इंडिया किसी को कॉल कर रहा सज्जन नूं, ते मैनू खुद नूं एहसास नहीं होएगा, तो वो कह रहा जी मैं एक जूम ते प्रोग्राम चला रहा। मैं क्या वाट, कमाल हो गई। मतलब ओवरनाइट सब चीज़ां इस तरीके नाल। ते जिहड़े लोग सारे नूं ऑपरेट कर रहे हैं, गूगल नूं, जूम वर्गियां, माइक्रोसॉफ्ट की सारा कुछ पिछे चल रहा है, उस तरीके नाल जाके देखो तो people are coming, mostly people are coming from third world countries, जिन्होंने असीं कहने उत्थे तो लाले पे ने जी, बुरा हाल है जी, तो साडे इत्थों वाली किधर गए भाई सारे। Where are our own actually people who have been raised here, who are born here, who actually who are having every kind of जिहड़ी जिन्हों कहा जाए कि जिन्हां कोल सारियां एडवांटेज सीगियां, जिहड़े सारे किस्म दे ये परक लैके बैठे सीगे, जिन्हां कोल प्रिविलेजेस सीगियां। Where are those individuals? Mostly get lost. वो गवाच गए, वो गुम हो गए। गुम कादे च हो गए? क्योंकि जदों जिहड़ा सोर्स ऑफ नॉलेज आ ओहदी रिस्पैक्ट नहीं हैगी, तो नॉलेज की रिस्पैक्ट की होएगी? खाक। हुण अंगेज कर दियां चीज़ां इहदे नाल, इसे ले करके चीज़ां जोड़ियां जांदियां। जिहड़ा अदब आ, जिहड़ा सत्कार आ, जिहड़ी रिस्पैक्ट आ, ये जस्ट ये नहीं है कि तुम जस्ट कुछ मैनर्स शो ऑफ कर रहे हो। ना ना ना, ये एक डीप लैवल के अंदर एक रिलेशनशिप बनती है। हुण साडा गुरु साहब का रूप लै लो तुसीं, गुरु ग्रंथ साहब नूं असीं प्रकाशित करते हैं, रुमाला देने, चौर कोल रखा, छतर उत्ते लगाया, पातशाह का सिंबल है, दरबार लगाने इत्थे इस तरीके दे नाल। तो यहो जी अज चर्चा तुसीं सुन भी रहे हो बड़ी वड्डे लैवल ते, लै इहदे च किहड़ी गल, अजकल तो कंप्यूटर की स्क्रीन ते पढ़ सकते तुसीं, इट्स नॉट बिग डील। पर गुरु एज ए इंस्टीट्यूशन जिहदे नाल साडी एक सांझ आ, जिन्होंने असीं एक लिविंग एक जिहड़ा हैगा मास्टर के तौर पर वेखदे आ, उहदे नाल अंगेज किवें होवांगे? सो आ चीज़ जिहड़ी है ना, ਇਹਦੇ ਨਾਲ ਤੁਹਾਨੂੰ ਸਮਝ ਆਉਂਦੀ ਹੈ ਚੀਜ਼ਾਂ ਦੀ ਸਹੀ ਰੂਪ ਦੇ ਵਿੱਚ, ਜਦੋਂ ਤੁਸੀਂ ਇਹ ਛੋਟੇ ਛੋਟੇ ਸਟੈਪਸ ਫੋਲੋ ਕਰਦੇ ਹੋ। ਤੇ ਫਿਰ ਇਹਨਾਂ ਦੇ ਪਿੱਛੇ ਬਹੁਤ ਸਾਰੇ ਹੋਰ ਮੀਨਿੰਗਸ ਵੀ ਪਏ ਹੈਗੇ ਨੇ, ਇਹਦੇ ਬਾਰੇ ਕਦੀ ਸਮਾਂ ਆਏ ਤਾਂ ਬਾਤ ਪਾਵਾਂਗਾ। ਪਰ ਮੈਂ ਹੁਣ ਜਿਹੜਾ ਜਿਸ ਚੀਜ਼ 'ਤੇ ਫੋਕਸ ਕਰਨਾ ਚਾਹ ਰਿਹਾ ਸੀਗਾ, ਇੱਥੇ ਕੇਸਾਂ ਕਾਕਰ ਬੀਜਣਾ। ਬੀਜਣਾ ਜਿਹੜੀ ਚੀਜ਼ ਲੜੀਆਂ ਲਟਕਦੀਆਂ ਹੁੰਦੀਆਂ ਨੇ, ਇਸ ਤੱਕ ਜਿਵੇਂ ਚੌਰ ਸਾਹਿਬ ਆ, ਸੰਤ ਚੌਰ ਟੁਲਾਵੋ।
मैं जो कोई मैनू संत बिरती वाला इंसान मिल जाए, मैं ये ना वेट करा मैनू कोई तो चौर मिले, मैं चौर चुलावां, रिस्पैक्ट करा ਉਹਦੀ, मैं अपने केसां ਦਾ ਹੀ चौर चुला ਦਿਆਂ ਉਹਦੇ ਉੱਤੇ। ਮੈਟਾਫੋਰ ਆ ਇਹ, ਜ਼ਰੂਰੀ ਨਹੀਂ ਕਿ ਇਸ ਲੈਵਲ ਤੇ ਕਰਨਾ ਹੁੰਦਾ ਹੈ। ਜਿਵੇਂ ਕੋਈ ਘਰ ਆਵੇ ਸੱਜਣ ਸਾਡੇ ਤੇ ਕਹੇ ਵੀ ਸੌਰੀ ਭਾਈ ਤੁਸੀਂ ਤਾਂ ਸ਼ਾਇਦ ਐਕਸਪੈਕਟ ਨਹੀਂ ਕਰਦੇ ਹੋਵੋਗੇ, ਬਟ ਮੈਂ ਇੱਕ ਅਨਵਾਂਟਡ ਗੈਸਟ ਆ ਗਿਆ ਇਸ ਤਰੀਕੇ ਦੇ ਨਾਲ, ਅਤੇ ਉਸ ਤਰੀਕੇ ਨਾਲ ਤੁਸੀਂ ਕਹੋ ਜੀ ਜੀ ਆਇਆਂ ਨੂੰ, ਤੁਹਾਡਾ ਖੈਰ ਮਕਦਮ, ਤੁਸੀਂ ਸਾਡੇ, ਅਸੀਂ ਜੀ ਪਲਕਾਂ ਵਿਛਾਉਂਦੇ ਹਾਂ ਤੁਹਾਡੇ ਵਾਸਤੇ। ਲਿਟਰਲੀ ਤੁਸੀਂ ਇਸ ਤਰੀਕੇ ਨਾਲ ਨਹੀਂ ਕਰਦੇ ਕਿ ਪਲਕਾਂ ਵਿਛਾ ਰਹੇ ਹੋ, ਨਾ। ਇਹਨੂੰ ਹੋਰ ਮੈਟਾਫੋਰ ਨੂੰ ਸਮਝੋ ਧਿਆਨ ਦੇ ਨਾਲ। ਕਈ ਵਾਰ ਗੱਲ ਹੁੰਦੀ ਹੈ ਨਾ, ਕਿਸੇ ਖਾਸ ਕਰਕੇ ਬੱਚੇ ਨਾਲ ਪੰਜਾਬੀ 'ਚ ਗੱਲ ਕਰਦੇ ਹੋਈਏ ਤਾਂ ਉਸਨੂੰ ਕਹੀਓ ਕੋਈ ਸ਼ਰਾਰਤ ਕਰ ਰਿਹਾ ਹੋਵੇ, ਸੱਜੇ ਖੱਬੇ ਕੋਈ ਚੀਜ਼ ਛੇੜ ਰਿਹਾ ਹੋਵੇ, ਤੁਸੀਂ ਕਹਿੰਦੇ ਨਾ ਬੇਟਾ ਛੇੜਨਾ ਇਹਨੂੰ, ਬਸ। ਦੂਜੀ ਵਾਰੀ ਫਿਰ ਕਹਿੰਦੇ ਹੋ, ਤੀਜੀ ਵਾਰੀ, ਚੌਥੀ ਵਾਰੀ ਜਦੋਂ ਕਹਿੰਦੇ ਹੋ ਤਾਂ ਹਜੇ ਵੀ ਨਹੀਂ ਹਟਦਾ, ਫਿਰ ਇੱਕਦਮ ਬੰਦਾ ਥੋੜ੍ਹਾ ਅਗਰੈਸ਼ਨ 'ਚ ਆ ਜਾਂਦਾ, ਕਹਿੰਦਾ ਤੈਨੂੰ 100 ਵਾਰ ਕਿਹਾ। ਅਤੇ ਜੇ ਬੱਚਾ ਲਿਟਰਲੀ ਤੌਰ 'ਤੇ ਲੈ ਲਏ ਇਹਨੂੰ, ਨੋ ਯੂ ਨੈਵਰ ਸੈਡ 100 ਟਾਈਮ, ਯੂ ਸੈਡ ਓਨਲੀ 4 ਟਾਈਮ। ਮੇਰਾ ਮਤਲਬ ਲਿਟਰਲੀ ਨਹੀਂ ਹੈਗਾ ਇੱਥੇ, ਮੇਰਾ ਮਤਲਬ ਇੱਥੇ ਇੱਕ ਮੈਟਾਫੋਰਿਕ ਵੇ ਨਾਲ ਗੱਲ ਕਰਨ ਦੀ ਗੱਲ ਹੈ। ਸੋ ਇੱਥੇ ਵੀ ਜਿਹੜੀ ਬਾਤ ਹੋ ਰਹੀ ਹੈ, ਜਿਹਨੂੰ ਬੰਦਾ ਕਹਿੰਦਾ ਮੈਂ ਤੇ ਆਪਣੇ ਸਿਰ ਦੇ ਕੇਸਾਂ ਦਾ ਚੌਰ ਚੁਲਾ ਦਿਆਂ ਜੀ ਇਸ ਰੂਪ ਦੇ ਵਿੱਚ, ਮੈਂ ਰਿਸਪੈਕਟ ਦੀ ਬਿਲਕੁਲ ਉਸ ਥ੍ਰੈਸ਼ਹੋਲਡ ਨੂੰ ਟੱਚ ਕਰ ਲਵਾਂ, ਮੇਰੇ ਵਾਸਤੇ ਉਹ ਸ਼ਖਸੀਅਤ ਕਿਸ ਇੱਜ਼ਤ ਮਾਣ ਸਤਿਕਾਰ ਦਾ ਪ੍ਰਤੀਕ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਆਪ ਅੰਦਾਜ਼ਾ ਲਾਓ, ਸੰਤ ਦਾ ਮਾਣ, ਸੰਤ ਦਾ ਸਤਿਕਾਰ, ਸੰਤ ਦੀ ਬਾਤ ਹੋ ਰਹੀ ਹੈ। ਜਦੋਂ ਅਸੀਂ ਅੱਜ ਦੇ ਜ਼ਮਾਨੇ 'ਚ ਵੇਖਦੇ ਹਾਂ, ਮੁਝ ਅਦਨੇ ਵਰਗੇ ਇਨਸਾਨ, ਮਿੱਟੀ ਦੇ ਮਾਧੋ ਮਾਫੀ ਚਾਹਾਂਗਾ ਮੈਂ, ਮਤਲਬ ਜਿਨ੍ਹਾਂ ਦੇ ਜੀਵਨ ਯਾਪਨ ਦੇ ਵਿੱਚ ਕਿਤੇ ਕੁਝ ਵੀ ਨਹੀਂ ਨਜ਼ਰ ਪੈ ਰਿਹਾ, ਏਡੇ ਏਡੇ ਵੱਡੇ ਲਕਬ ਲਗਾ ਕੇ, ਐਡਜੈਕਟਿਵ ਲਗਾ ਕੇ ਆਪਣੇ ਨਾਂ ਲਿਖਦੇ ਨੇ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇਹ ਸੱਚਾਈ ਹੈ। ਇਹ ਹੈ ਉਹਨਾਂ ਵਰਡਸ ਨੂੰ ਐਕਚੁਅਲ ਲੈਵਲ 'ਤੇ ਉਹਨਾਂ ਦੀ ਟੋਟਲੀ ਮਿਸਇੰਟਰਪ੍ਰੀਟੇਸ਼ਨ ਕਰ ਦੇਣੀ। ਜੇ ਸੰਤ ਲਫ਼ਜ਼ ਆ ਤੇ ਪਿੱਛੇ ਸੰਤ ਦੇ ਲੱਗਾ ਕਬੀਰ, ਹਸਤੀ ਦੇਖੋ ਕੈਸੀ ਆ ਤੁਸੀਂ। ਸੰਤ ਲਫ਼ਜ਼ ਆ ਪਿੱਛੇ ਲੱਗਾ ਰਵਿਦਾਸ ਹੈ, ਤੁਸੀਂ ਦੇਖੋ ਕਿਆ ਰੁਤਬਾ ਆ, ਇਹ ਆ ਸੰਤ। ਹੁਣ ਇਹੋ ਜਿਹੀ ਹਸਤੀ, ਉਹਦੇ ਤੇ ਚੌਰ ਕਿਉਂ ਨਹੀਂ ਝੁੱਲਦੇ? ਗੁਰੂ ਸਾਹਿਬ ਖੁਦ ਚਲਾਉਂਦੇ ਰਹੇ ਚੌਰ। ਜਿਸ ਦਿਨ ਗੁਰੂ ਅਰਜਨ ਸਾਹਿਬ ਨੇ ਪ੍ਰਕਾਸ਼ਿਤ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ, ਬਾਬਾ ਬੁੱਢਾ ਜੀ ਨੂੰ ਬੀੜ ਆਪ ਚਗਾਈ ਤੇ ਆਪ ਹੱਥਾਂ 'ਚ ਚੌਰ ਫੜ ਕੇ ਕੀਤਾ। ਕੀ ਹੈ ਬਚਨ ਆ, ਕੇਸਾਂ ਕਾਕਰ ਬੀਜਣਾ ਸੰਤ ਚੌਰ ਚੁਲਾਵੋ। ਅੱਗੇ ਬਚਨ ਨੇ ਦੀ ਅੱਗੇ ਵਿਆਖਿਆ ਹੋਰ ਅਜੇ ਮੰਗਦਾ ਬਚਨ, ਕਿਉਂਕਿ ਕੁਝ ਸਤਰਾਂ ਹੈਗੀਆਂ ਨੇ, ਸਮੇਂ ਨੇ ਆਪਣਾ ਪੰਧ ਮੁਕਾ ਦਿੱਤਾ ਹੈ। ਮੈਂ ਇੱਥੇ ਸਮਾਪਤੀ ਕਰਾਂਗਾ। ਆਪ ਸੰਗਤ ਨੂੰ ਅਰਾਊਂਡ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਮੈਂ ਇਹ ਕਹਾਂ ਕਿ ਮਾਰਚ 16-17 ਤੋਂ ਬਾਅਦ ਮੇਰੇ ਖਿਆਲ 'ਚ ਅੱਜ ਹੀ ਸੰਗਤਾਂ ਦੇ ਦੀਦਾਰ ਅਸੀਂ ਪਾ ਰਹੇ ਹਾਂ ਇੱਥੇ ਇਸ ਹਾਲ ਦੇ ਵਿੱਚ। ਹਾਂ, ਸੰਗਤਾਂ ਆਉਂਦੀਆਂ ਰਹੀਆਂ, ਪਰ ਅਸੀਂ ਬੈਨ ਨਹੀਂ ਸੀ ਦਿੰਦੇ ਵੀ ਨਾ ਪਈ ਇੱਥੇ ਬੈਠਣਾ ਅਲਾਓ ਨਹੀਂ ਹੈਗਾ। ਅਤੇ ਹੁਣ ਸਮਾਂ ਬਣਿਆ, ਹੁਣ ਦੁਬਾਰਾ ਅਸੀਂ ਇਸ ਕੰਗਰੀਗੇਸ਼ਨ ਨੂੰ ਮਾਣਾਂਗੇ ਵੀ। ਸ਼ੁਕਰ ਹੈ ਦਾਤੇ ਦਾ। ਅਤੇ ਪੂਰਾ ਖਿਆਲ ਰੱਖੋ, ਪੂਰੀ ਤਰ੍ਹਾਂ ਜਿਹੜਾ ਹੈਗਾ ਪੈਂਡੈਮਿਕ ਸਟਿਲ ਹੈਪਨਿੰਗ, ਇਟਸ ਨੋਟ ਐਕਚੁਅਲੀ, ਉਹ ਚਲੀ ਨਹੀਂ ਗਈ। ਇਹ ਹੈ ਕਿ ਅਸੀਂ ਇੱਕ ਹਰਡ ਇਮਿਊਨਿਟੀ ਬਿਲਡ ਕਰਨੀ ਹੈ। ਸੈਕਿੰਡ ਲੈਵਲ 'ਤੇ ਅਸੀਂ ਬੜੇ ਪ੍ਰੀਕਾਸ਼ਨਸ ਲੈ ਕੇ ਸਾਰੇ ਕਾਸੇ ਨੂੰ ਕੰਟੀਨਿਊ ਕਰਨਾ ਹੈਗਾ। ਜ਼ਿੰਦਗੀ ਦੀ ਵੱਡੀ ਤਸਵੀਰ ਜਿਹਨੂੰ ਕਹਿੰਦੇ ਵੀ ਸ਼ੋ ਮਸਟ ਗੋ ਔਨ, ਇਹ ਚੱਲਣਾ ਹੈ ਉਸ ਰੂਪ ਦੇ ਵਿੱਚ, ਉਹਦੀ ਅਸੀਂ ਜਿਹੜੀ ਹੈ ਉਸ ਤਰੀਕੇ ਨਾਲ ਇੱਕ ਹਿੱਸੇਦਾਰੀ ਪਾਉਣੀ ਹੈ। ਪੂਰਾ ਖਿਆਲ ਰੱਖੋ ਸੋਸ਼ਲ ਡਿਸਟੈਂਸਿੰਗ ਦਾ, ਹੱਥ ਪੈਰ ਧੋਣ, ਜਿਹੜਾ ਹੱਥ ਵਗੈਰਾ ਧੋਣ ਦਾ, ਮਾਸਕ ਵਗੈਰਾ ਪਾਉਣ ਦਾ ਜਿੱਥੇ ਸੋਸ਼ਲ ਡਿਸਟੈਂਸਿੰਗ ਅਲਾਓ ਨਹੀਂ ਹੈਗੀ। ਬਾਕੀ ਮਾਲਕ ਦੇ ਚਰਨਾਂ 'ਤੇ ਅਰਦਾਸ ਹੈ ਕਿ ਮਾਲਕ ਸਭ ਨੂੰ ਸ਼ਫਾ ਬਖਸ਼ੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਤਾਰਨੀਆਂ, ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ